देखो बेटा जी, अज की वीडियो बनाने का मेरा विषय है बेटा। अज असी BA2 ओनर्स जी साड़ी पंजाबी की क्लास है ना, उन्होंने जोड़ा पेपर है आधुनिक पंजाबी कविता वाला उन्होंने पेपर है, ਉਹਦੇ 'ਚ ਉਹਨਾਂ ਨੂੰ ਭਾਈ ਵੀਰ ਸਿੰਘ ਲੱਗਾ ਹੋਇਆ ਤੇ ਨਾਲ ਹੀ ਉਹਨਾਂ ਨੂੰ ਅੰਮ੍ਰਿਤਾ ਪ੍ਰੀਤਮ ਹੈ। ਤੇ ਅਸੀਂ ਜੋ ਹੈ ਭਾਈ ਵੀਰ ਸਿੰਘ ਦਾ ਅੱਜ ਇੱਕ ਟੌਪਿਕ ਤਿਆਰ ਕੀਤਾ ਹੈ, ਜੋ ਮੈਂ ਬੱਚਿਆਂ ਨੂੰ ਉਹਦੇ ਬਾਰੇ ਦੱਸੂਗੀ। ਤੇ ਕਿਹੜਾ ਟੌਪਿਕ ਹੈ? ਭਾਈ ਵੀਰ ਸਿੰਘ ਦੀ ਜੀਵਨ ਰਚਨਾ ਅਤੇ ਪੰਜਾਬੀ ਕਵਿਤਾ ਵਿੱਚ ਭਾਈ ਵੀਰ ਸਿੰਘ ਦਾ ਸਥਾਨ। ठीक है ना बेटा, तुसी जानते हो मटक खुलारे तुहानूं ओहदी पुस्तक लगी हुई है जिहदी तुसी पोइट्री करनी हुंदी है, कुछ क्वेश्चन तैयार करने हुंदे ने मटक खुलारे नाल संबंधित। आओ बेटा असी जो है पंजाबी कविता विच भाई वीर सिंह दा की योगदान है जां उन्हां दा की स्थान है, ये टॉपिक की गल कर लईए। भाई वीर सिंह दा जन्म अमृतसर विखे कटड़ा गरंबा सिंह वाले उन्हां दे पितरी घर विच 5 दसंबर 1872 ईस्वी नूं डॉक्टर चरण सिंह ਅਤੇ माता चतर कौर ਦੇ घर होया। ठीक है ना, शॉर्ट क्वेश्चन भी ਤੁਹਾਨੂੰ ਇਹਦਾ ਬਣਦਾ ਹੈ। ਕਿੱਥੇ ਹੋਇਆ ਉਹਨਾਂ ਦਾ ਜਨਮ? ਕੱਲਾ ਇਹ ਵੀ ਆ ਜਾਂਦਾ ਹੈ, ਅੰਮ੍ਰਿਤਸਰ ਵਿਖੇ ਹੋਇਆ। ਤੇ ਕਦੋਂ ਹੋਇਆ? 5 ਦਸੰਬਰ 1872 ਨੂੰ। ਭਾਈ ਵੀਰ ਸਿੰਘ ਦਾ ਦਾਦਕਾ ਤੇ ਨਾਨਕਾ ਪਰਿਵਾਰ ਸਿੱਖੀ ਜੀਵਨ ਦੀ ਵਿਸ਼ਾਲ ਪੁਨਰ ਜਾਗ੍ਰਿਤੀ ਪਰੰਪਰਾ ਨਾਲ ਸੰਬੰਧ ਰੱਖਦਾ ਸੀ। ਮਤਲਬ ਕਿ ਦਾਦਕਾ ਪਰਿਵਾਰ ਵੀ ਤੇ ਨਾਨਕਾ ਪਰਿਵਾਰ ਵੀ। ਭਾਈ ਵੀਰ ਸਿੰਘ ਦੇ ਦਾਦਾ ਜੀ ਭਾਈ ਦਾਨ ਸਿੰਘ जी बहुत वड्डे बहुत दयाल अते नेक इंसान सन। वो संस्कृत के विद्वान अते ब्रज भाषा विच कविता लिखते सन। ठीक है ना, देखो उन्हों का प्रभाव भी फिर भाई वीर सिंह ते सीगा। संस्कृत के विद्वान अते ब्रज भाषा विच भी वो कविता लिखते सन। इस तरह भाई वीर सिंह के नाना जी ज्ञानी हजारा सिंह गुरमत विचारधारा के विद्वानों विचों एक सन। की नाम से उन्होंने नाना जी का? ज्ञानी हजारा सिंह। ਅਤੇ ਇੱਕ ਪ੍ਰਸਿੱਧ ਟੀਕਾਕਾਰ ਵੀ ਸਨ। ਟੀਕਾਕਾਰ ਹੁੰਦਾ ਹੈ ਜੋ ਅਨੁਵਾਦ ਕਰਦੇ ਨੇ ਦੂਜੀ ਜਿਵੇਂ ਗੁਰਬਾਣੀ ਦਾ ਟੀਕਾ ਕੀਤਾ। ਠੀਕ ਹੈ ਨਾ, ਉਹਨੂੰ ਟੀਕਾਕਾਰ ਕਿਹਾ ਜਾਂਦਾ ਹੈ। ਭਾਈ ਵੀਰ ਸਿੰਘ ਨੇ ਬਚਪਨ ਦਾ ਬਹੁਤ ਸਾਰਾ ਸਮਾਂ ਆਪਣੇ ਨਾਨਾ ਜੀ ਪਾਸ ਬਤੀਤ ਕੀਤਾ ਅਤੇ ਉਹਨਾਂ ਪਾਸੋਂ ਸਿੱਖੀ ਜੀਵਨ ਅਤੇ ਵਿੱਦਿਆ ਦਾ ਲਾਭ ਹਾਸਿਲ ਕੀਤਾ। ਹੁਣ ਕਈ ਵਾਰੀ ਸ਼ੋਰਟ ਕੁਐਸਚਨ ਆ ਜਾਂਦਾ ਬੇਟਾ ਕਿ ਭਾਈ ਵੀਰ ਸਿੰਘ ਦੀ ਸ਼ਖਸੀਅਤ ਉੱਤੇ ਜਾਂ ਉਹਨਾਂ ਦੀ ਜਿਹੜਾ ਸਾਹਿਤਕ ਸ਼ਖਸੀਅਤ ਹੈ ਉਹਦੇ ਉੱਤੇ ਬਹੁਤ ਪ੍ਰਭਾਵ ਕਿਹਦਾ ਰਿਹਾ? ਉਹਨਾਂ ਦੇ ਨਾਨਾ ਜੀ ਦਾ ਰਿਹਾ। ਭਾਈ ਵੀਰ ਸਿੰਘ ਦੇ ਪਿਤਾ ਡਾਕਟਰ ਚਰਨ ਸਿੰਘ ਸੰਸਕ੍ਰਿਤ ਬ੍ਰਜ ਅਤੇ ਹਿੰਦੀ ਦੇ ਵਿਦਵਾਨ ਸਨ ਅਤੇ ਨਾਲ ਹੀ ਅੰਗਰੇਜ਼ੀ ਅਤੇ ਫਾਰਸੀ ਦੇ ਵੀ ਚੰਗੇ ਗਿਆਤਾ ਸਨ। ਠੀਕ ਹੈ ਨਾ, ਮਤਲਬ ਕਿ ਸਾਰਾ ਹੀ ਜਿਹੜਾ ਉਹਨਾਂ ਦਾ ਪਰਿਵਾਰ ਸੀਗਾ ਸਾਰਾ ਹੀ ਸਾਹਿਤਕ ਪੱਧਰ 'ਤੇ ਜੋ ਹੈ ਬਹੁਤ ਹੀ ਵਿਦਵਾਨ ਰਹੇ ਸਾਰੇ ਦੇ ਸਾਰੇ। ਉਹ ਕਵਿਤਾ ਦੇ ਜਾਦੂਗਰ ਸਨ ਅਤੇ ਉਹਨਾਂ ਨੇ ਅੰਮ੍ਰਿਤਸਰ ਵਿੱਚ ਕਈ ਕਵੀ ਦਰਬਾਰਾਂ ਦੀ ਰੀਤ ਚਲਾਈ। ਠੀਕ ਹੈ, ਉਹ ਕਵਿਤਾ ਦੇ ਜਾਦੂਗਰ ਸਨ ਉਹਨਾਂ ਦੇ ਪਿਤਾ ਜੀ। ਕਈ ਕਵੀ ਦਰਬਾਰ ਜਿਹੜੇ ਨੇ ਉਹਨਾਂ ਨੇ ਉੱਥੇ ਚਲਾਏ। ਉਹਨਾਂ ਨੇ ਕਈ ਪ੍ਰਸਿੱਧ ਕਵੀਆਂ ਨੂੰ ਸਿੱਖ ਗੁਰੂ ਇਤਿਹਾਸ ਬਾਰੇ ਕਵਿਤਾਵਾਂ ਲਿਖਣ ਲਈ ਪ੍ਰੇਰਿਤ ਕੀਤਾ। ਉਹਨਾਂ ਦੇ ਪਿਤਾ ਜੀ ਨੇ ਪੰਜਾਬੀ ਵਿੱਚ ਕਈ ਪੁਸਤਕਾਂ ਅਤੇ ਟਰੈਕਟ ਵੀ ਲਿਖੇ ਅਤੇ ਆਪ ਨੇ ਹੋਰ ਉਹਨਾਂ ਦਾ ਇੱਕ ਪ੍ਰਸਿੱਧ ਜਿਹੜਾ ਕੰਮ ਹੈ ਉਹ ਹੈ ਕਿ ਆਪ ਨੇ ਕਾਲੀਦਾਸ ਦੇ ਨਾਟਕ ਸ਼ਕੁੰਤਲਾ ਦਾ ਪੰਜਾਬੀ ਅਨੁਵਾਦ ਕੀਤਾ। ਇਹ ਵਾਲਾ ਕੁਐਸਚਨ ਜੋ ਹੈ ਬੇਟਾ ਮੈਂ ਨੈੱਟ 'ਚ ਵੀ ਦੇਖਿਆ ਹੈ ਕਿ ਕਾਲੀਦਾਸ ਦੇ ਨਾਟਕ ਸ਼ਕੁੰਤਲਾ ਦਾ ਅਨੁਵਾਦ ਕਿਸ ਨੇ ਕੀਤਾ? ਡਾਕਟਰ ਚਰਨ ਸਿੰਘ ਨੇ। ਇਸ ਤਰ੍ਹਾਂ ਭਾਈ ਵੀਰ ਸਿੰਘ ਦੇ ਘਰ ਦਾ ਵਾਤਾਵਰਣ ਹੀ ਬੜਾ ਧਾਰਮਿਕ ਅਤੇ ਵਿਦਿਅਕ ਸੀ। ਭਾਈ ਵੀਰ ਸਿੰਘ ਨੇ ਬਚਪਨ ਤੋਂ ਹੀ ਘਰ ਵਿੱਚ ਬੌਧਿਕ, ਨੈਤਿਕ ਅਤੇ ਧਾਰਮਿਕ ਵਾਤਾਵਰਣ ਪ੍ਰਾਪਤ ਕੀਤਾ। ਠੀਕ ਹੈ ਨਾ, ਇਹ ਜੋ ਪ੍ਰਭਾਵ ਉਹਨਾਂ ਦੀ ਸ਼ਖਸੀਅਤ 'ਤੇ ਰਿਹਾ, ਘਰ ਦੇ ਫੈਮਿਲੀ ਦਾ ਪ੍ਰਭਾਵ। ਉਹਨਾਂ ਦੀ ਵਿੱਦਿਆ ਪ੍ਰਾਪਤੀ ਦਾ ਸਮਾਂ 5 ਸਾਲ ਦੀ ਉਮਰ ਤੋਂ ਸ਼ੁਰੂ ਹੋਇਆ। ਉਹਨਾਂ ਨੇ ਬਚਪਨ ਵਿੱਚ ਹੀ ਗੁਰਬਾਣੀ ਦੀ ਵਿੱਦਿਆ ਹਾਸਿਲ ਕੀਤੀ। ਉਹ ਪੰਡਿਤ ਤੋਂ ਵੀ ਪੜ੍ਹੇ ਅਤੇ ਹਿਸਾਬ ਕਿਤਾਬ ਕਰਨਾ ਵੀ ਉਹਨਾਂ ਨੇ ਸਿੱਖਿਆ ਅਤੇ ਇੱਕ ਮੁਸਲਮਾਨ ਵਿਦਵਾਨ ਕੋਲੋਂ ਉਹਨਾਂ ਨੇ ਅਰਬੀ ਫਾਰਸੀ ਦਾ ਜਾਂ ਉਰਦੂ ਫਾਰਸੀ ਦਾ ਗਿਆਨ ਵੀ ਜਿਹੜਾ ਹੈ ਉਹ ਹਾਸਿਲ ਕੀਤਾ। ਫਿਰ ਆਪਾਂ ਗੱਲ ਕਰਾਂਗੇ ਕਿ ਆਧੁਨਿਕ ਵਿੱਦਿਆ ਪ੍ਰਾਪਤ ਕਰਨ ਲਈ ਉਹਨਾਂ ਨੂੰ ਚਰਚ ਮਿਸ਼ਨ ਸਕੂਲ ਵਿੱਚ ਵੀ ਜਾਣਾ ਪਿਆ। ਠੀਕ ਹੈ ਨਾ, ਆਧੁਨਿਕ ਕਿਉਂਕਿ ਉਸ ਵੇਲੇ ਅੰਗਰੇਜ਼ਾਂ ਦਾ ਸਮਾਂ ਸੀ। ਇਸ ਸਕੂਲ ਵਿੱਚ ਉਹਨਾਂ ਨੇ ਬਾਈਬਲ ਅਤੇ ਹੋਰ ਧਾਰਮਿਕ ਗ੍ਰੰਥਾਂ ਦਾ ਤੁਲਨਾਤਮਕ ਅਧਿਐਨ ਕੀਤਾ। ਭਾਈ ਵੀਰ ਸਿੰਘ ਨੇ ਜ਼ਿਲ੍ਹੇ ਭਰ ਵਿੱਚ ਅੱਵਲ ਰਹਿ ਕੇ ਐਨਟਰਮ ਦਾ ਪੇਪਰ ਜਿਹੜਾ ਹੈ ਉਹ ਪਾਸ ਕੀਤਾ। ਠੀਕ ਹੈ, ਉਸ ਵੇਲੇ ਕੋਈ ਪੇਪਰ ਹੁੰਦਾ ਹੋਏਗਾ ਜਿਹੜਾ ਜ਼ਿਲ੍ਹੇ ਪੱਧਰ 'ਤੇ ਹੁੰਦਾ ਸੀ, ਉਹ ਵੀ ਭਾਈ ਵੀਰ ਸਿੰਘ ਨੇ ਪਾਸ ਕੀਤਾ। ਭਾਈ ਵੀਰ ਸਿੰਘ ਨੇ ਸਾਹਿਤਕਾਰ ਵਾਲੀ ਸ਼ਖਸੀਅਤ, ਜਿਹੜੀ ਭਾਈ ਵੀਰ ਸਿੰਘ ਦੀ ਸਾਹਿਤਕਾਰ ਵਾਲੀ ਸ਼ਖਸੀਅਤ ਹੈ ਨਾ, ਇਸ ਤਰ੍ਹਾਂ ਉਹ ਉਹਨਾਂ ਦੇ ਘਰ ਦੇ ਵਾਤਾਵਰਣ ਵਿੱਚੋਂ ਹੀ ਪੈਦਾ ਹੁੰਦੀ ਹੈ। ਉਹਨਾਂ ਨੇ ਆਪਣੇ ਘਰ ਤੋਂ ਹੀ ਗੁਰਬਾਣੀ ਦੇ ਪਠਨ ਪਾਠਨ ਅਤੇ ਅਧਿਐਨ ਦੀ ਪ੍ਰਾਪਤੀ ਕੀਤੀ ਅਤੇ ਜਿਸ ਮਿਸ਼ਨ ਸਕੂਲ ਵਿੱਚ ਭਾਈ ਵੀਰ ਸਿੰਘ ਪੜ੍ਹਦੇ ਸੀਗੇ ਨਾ, ਉਸ ਮਿਸ਼ਨ ਸਕੂਲ ਦਾ ਪ੍ਰਿੰਸੀਪਲ ਉਹਨਾਂ ਦੀ ਤੇਜ਼ ਬੁੱਧੀ
ਅਤੇ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਸੀ। ਜਦ ਭਾਈ ਵੀਰ ਸਿੰਘ ਮਿਸ਼ਨ ਸਕੂਲ ਵਿੱਚ 10ਵੀਂ ਦਾ ਵਿਦਿਆਰਥੀ ਸੀ ਤਾਂ ਉਹਨਾਂ ਨੇ ਕਿਸੇ ਕਿਤਾਬ ਵਿੱਚ ਸਿੱਖਾਂ ਦੇ ਇਤਿਹਾਸ ਸੰਬੰਧੀ ਭਵਿੱਖ ਸੰਬੰਧੀ ਪੜ੍ਹਿਆ ਕਿ ਸਿੱਖ ਕੌਮ ਜਿਹੜੀ ਹੈ ਨਾ ਉਹ ਛੇਤੀ ਖਤਮ ਹੋ ਜਾਏਗੀ। ਤਾਂ ਉਸ ਦਿਨ ਤੋਂ ਹੀ ਭਾਈ ਵੀਰ ਸਿੰਘ ਨੇ ਸਿੱਖੀ ਨੂੰ ਬਚਾਉਣ ਦਾ ਉਪਰਾਲਾ ਜਿਹੜਾ ਹੈ ਉਹ ਆਰੰਭ ਕਰ ਦਿੱਤਾ। ਇਹ ਤੋਂ ਬਾਅਦ ਤੁਹਾਨੂੰ ਪਤਾ ਹੈ ਬੇਟਾ ਕਿ ਉਹ ਸਿੰਘ ਸਭਾ ਲਹਿਰ ਨਾਲ ਜੁੜੇ ਅਤੇ ਉਹਨਾਂ ਨੇ ਜਿਹੜਾ ਵੀ ਲਿਟਰੇਚਰ ਲਿਖਿਆ ਉਹ ਸਿੱਖ ਧਰਮ ਦੀ ਵਡਿਆਈ ਉਹਨਾਂ ਦਾ ਮੁੱਖ ਉਦੇਸ਼ ਹੁੰਦਾ ਸੀ। ਉਸ ਤੋਂ ਬਾਅਦ ਭਾਈ ਵੀਰ ਸਿੰਘ ਨੇ ਸਾਰਾ ਜੀਵਨ ਸਿੱਖ ਧਰਮ ਦੀ ਸੇਵਾ ਵਿੱਚ ਅਰਪਣ ਕਰ ਦਿੱਤਾ ਅਤੇ ਭਾਈ ਸਾਹਿਬ ਨੂੰ ਅੰਗਰੇਜ਼ ਸਰਕਾਰ ਦੀ ਨਾਇਬ ਤਹਿਸੀਲਦਾਰ ਦੀ ਨੌਕਰੀ ਵੀ ਜਿਹੜੀ ਹੈ ਨਾ ਅੰਗਰੇਜ਼ ਸਰਕਾਰ ਵੱਲੋਂ ਪੇਸ਼ ਹੋਈ, ਪਰ ਉਹਨਾਂ ਨੇ ਉਸ ਨੌਕਰੀ ਨੂੰ ਠੁਕਰਾ ਦਿੱਤਾ। ਭਾਈ ਵੀਰ ਸਿੰਘ ਦੀ ਤਬੀਅਤ ਕਿਸੇ ਤਰ੍ਹਾਂ ਦੀ ਵੀ ਮੁਲਾਜ਼ਮੀ ਕਬੂਲ ਕਰਨ ਦੇ ਹੱਕ ਵਿੱਚ ਨਹੀਂ ਸੀ। ਇਹੀ ਕਾਰਨ ਸੀ ਕਿ ਉਹਨਾਂ ਨੇ ਸੁਤੰਤਰ ਕੰਮ ਕਰਨ ਵਾਲੀ ਰੁਚੀ ਵਿਖਾਈ, ਮਤਲਬ ਕਿ ਉਹਨਾਂ ਦਾ ਮਨ ਸੀ ਕਿ ਉਹ ਤੇ ਇਕੱਲੇ ਕੰਮ ਕਰਨਗੇ, ਉਹਨਾਂ ਨੇ ਮੁਲਾਜ਼ਮ ਨਹੀਂ ਬਣਨਾ ਕਿਸੇ ਦਾ। ਭਾਈ ਵੀਰ ਸਿੰਘ ਨੇ ਸਿੱਖ ਧਰਮ ਦੇ ਇਤਿਹਾਸ ਦਾ ਡੂੰਘਾ ਅਧਿਐਨ ਕੀਤਾ ਅਤੇ ਬਹੁਤ ਸਾਰੀਆਂ ਰਚਨਾਵਾਂ ਸਿੱਖ ਧਰਮ ਦੀ ਅਗਵਾਈ ਲਈ ਲਿਖੀਆਂ। ਠੀਕ ਹੈ ਨਾ, ਉਹਨਾਂ ਨੇ ਲੋਕਾਂ ਦੀ ਅਗਵਾਈ ਕੀਤੀ ਤਾਂ ਜੋ ਜਿਹੜੇ ਆਪਣੇ ਸਿੱਖ ਨੇ ਉਹ ਈਸਾਈ ਨਾ ਬਣਨ। ਭਾਈ ਵੀਰ ਸਿੰਘ ਦਾ ਦੇਹਾਂਤ 10 ਜੂਨ 1957 ਨੂੰ ਅੰਮ੍ਰਿਤਸਰ ਵਿਖੇ ਹੋਇਆ। ਉਹਨਾਂ ਦੀਆਂ ਸਾਹਿਤਕ ਰਚਨਾਵਾਂ ਸਦਕਾ ਉਹਨਾਂ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਹੋਣ ਦਾ ਮਾਣ ਪ੍ਰਾਪਤ ਹੈ। ਠੀਕ ਹੈ ਨਾ, ਸਾਡਾ ਜੋ ਹੈ ਬੋਰਡ ਹੈ, ਸਾਡਾ ਬਾਬਾ ਹੈ ਭਾਈ ਵੀਰ ਸਿੰਘ, ਸਾਡੇ ਪੰਜਾਬੀ ਸਾਹਿਤ ਦੇ ਆਧੁਨਿਕ ਪੰਜਾਬੀ ਸਾਹਿਤ ਦਾ ਬਾਬਾ ਹੈ ਸਾਡਾ ਭਾਈ ਵੀਰ ਸਿੰਘ। ਫਿਰ ਉਹਦੀਆਂ ਰਚਨਾਵਾਂ ਦੀ ਗੱਲ ਕਰ ਲਈਏ। ਨਾਵਲ ਜੋ ਕਿਹੜੇ ਲਿਖੇ ਭਾਈ ਵੀਰ ਸਿੰਘ ਨੇ? ਭਾਈ ਵੀਰ ਸਿੰਘ ਨੇ ਪੰਜਾਬੀ ਵਿੱਚ ਨਾਵਲ ਰੂਪ ਦਾ ਅਧਿਐਨ ਕੀਤਾ ਅਤੇ ਉਹਨਾਂ ਦੇ ਸਾਰੇ ਨਾਵਲ ਸਿੱਖ ਧਰਮ ਦੇ ਆਸ਼ੇ ਨੂੰ ਮੁੱਖ ਰੱਖ ਕੇ ਲਿਖੇ ਗਏ ਹਨ। ਠੀਕ ਹੈ ਨਾ, ਕਿਉਂਕਿ ਇਹਦੇ ਤੋਂ ਪਹਿਲਾਂ ਜਿਹੜੇ ਨਾਵਲ ਲਿਖੇ ਜਾ ਰਹੇ ਸੀ ਉਹ ਸਿਰਫ ਅੰਗਰੇਜ਼ੀ 'ਚ ਨਾਵਲ ਲਿਖੇ ਜਾ ਰਹੇ ਸੀ ਅਤੇ ਭਾਈ ਵੀਰ ਸਿੰਘ ਨੇ ਉਹਨਾਂ ਦਾ ਅਧਿਐਨ ਕੀਤਾ ਅਤੇ ਫਿਰ ਪੰਜਾਬੀ 'ਚ ਉਹਨਾਂ ਨੇ ਨਾਵਲ ਜਿਹੜੇ ਨੇ ਸਭ ਤੋਂ ਪਹਿਲਾਂ ਲਿਖੇ। ਉਹਨਾਂ ਦੇ ਨਾਵਲਾਂ ਦੇ ਨਾਂ ਇਸ ਪ੍ਰਕਾਰ ਹਨ: ਸੁੰਦਰੀ, ਵਿਜੇ ਸਿੰਘ, ਸਤਵੰਤ ਕੌਰ, ਬਾਬਾ ਨੋਦ ਸਿੰਘ ਆਦਿ ਉਹਨਾਂ ਦੇ ਪ੍ਰਮੁੱਖ ਨਾਵਲ ਨੇ। ਅਤੇ ਸਭ ਤੋਂ ਪਹਿਲਾਂ ਉਹਨਾਂ ਨੇ 1905 'ਚ ਨਾ ਬੇਟਾ ਮਹਾਕਾਵ ਲਿਖਿਆ। ਰਾਣਾ ਸੂਰਤ ਸਿੰਘ ਜੋ ਹੈ ਉਹਨਾਂ ਦਾ ਮਹਾਕਾਵ ਸੀਗਾ, ਸਭ ਤੋਂ ਪਹਿਲਾਂ 1905 'ਚ ਉਹਨਾਂ ਨੇ ਉਹ ਲਿਖਿਆ ਸੀ। ਹੋਰ ਕਾਵਿ ਰਚਨਾਵਾਂ ਦੀ ਉਹਨਾਂ ਦੀ ਗੱਲ ਕਰ ਲਈਏ। ਨਨਾਣ ਭਰਜਾਈ ਦੀ ਵਾਰਤਾਲਾਪ, ਰਾਣਾ ਸੂਰਤ ਸਿੰਘ, ਲਹਿਰਾਂ ਦੇ ਹਾਰ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਪ੍ਰੀਤ ਵੀਣਾ, ਕੰਬਦੀ ਕਲਾਈ, ਕੰਤ ਸਹੇਲੀ, ਮੇਰੇ ਸਾਈਆਂ ਜੀਓ ਉਹਨਾਂ ਦੇ ਪ੍ਰਮੁੱਖ ਜਿਹੜੇ ਨੇ ਕਾਵਿ ਰਚਨਾਵਾਂ ਨੇ। ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਬਹੁਤ ਸਾਰਾ ਲਿਟਰੇਚਰ, ਉਹਨਾਂ ਦੀਆਂ 3 ਪੁਸਤਕਾਂ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ, ਜਿਵੇਂ ਆਵਾਜ਼ ਆਈ ਅਤੇ ਉਹਦੇ ਤੋਂ ਬਾਅਦ ਇੱਕ ਪੁਸਤਕ ਹੈ ਸਾਹਿਤਕ ਕਲੀਆਂ, ਅਤੇ ਸਿੱਧਾਂ ਸਤਰਾਂ ਜਿਹੜੀ ਹੈ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਪ੍ਰਕਾਸ਼ਿਤ ਹੋਈਆਂ। ਫਿਰ ਉਹਨਾਂ ਨੇ ਨਾਟਕ ਕਿਹੜੇ ਲਿਖੇ? ਮਤਲਬ ਕਿ ਭਾਈ ਵੀਰ ਸਿੰਘ ਨੇ ਨਾ ਸਾਹਿਤ ਦਾ ਕੋਈ ਵੀ ਅਜਿਹਾ ਰੂਪ ਨਹੀਂ ਜਿਹਦੇ 'ਤੇ ਉਹਨਾਂ ਨੇ ਹੱਥ ਨਹੀਂ ਅਜਮਾਇਆ। ਨਾਵਲ ਵੀ ਲਿਖੇ, ਨਾਟਕ ਵੀ ਲਿਖੇ, ਮਹਾਕਾਵ ਵੀ ਲਿਖਿਆ, ਪੋਇਟਰੀ ਵੀ ਲਿਖੀ ਅਤੇ ਹੋਰ ਆਪਾਂ ਕਹਿ ਲਈਏ ਕਿ ਉਹਨਾਂ ਨੇ ਜੋ ਹੈ ਰੁਬਾਈਆਂ ਵੀ ਲਿਖੀਆਂ ਅਤੇ ਨਾਟਕ। ਉਹਨਾਂ ਦੀ ਛੋਟੀਆਂ ਕਵਿਤਾਵਾਂ ਨੂੰ ਹੀ ਉਹਨਾਂ ਦੀ ਰੁਬਾਈਆਂ ਕਿਹਾ ਜਾਂਦਾ ਹੈ। ਨਿੱਕੀ ਕਵਿਤਾਵਾਂ ਦਾ ਵੱਡਾ ਕਵੀ ਭਾਈ ਵੀਰ ਸਿੰਘ ਨੂੰ ਕਿਹਾ ਜਾਂਦਾ ਹੈ। ਠੀਕ ਹੈ ਨਾ, ਪੋਇਟਰੀ ਬਾਰੇ ਵੀ ਤੁਸੀਂ ਗੱਲ ਕਰੋਗੇ ਨਾ। ਨਾਟਕ, ਭਾਈ ਵੀਰ ਸਿੰਘ ਨੇ ਨਾਟਕਾਂ ਦੀ ਵੀ ਰਚਨਾ ਕੀਤੀ, ਜਿਵੇਂ ਰਾਜਾ ਲਖਦਾਤਾ ਸਿੰਘ ਆਦਿ। ਭਾਈ ਵੀਰ ਸਿੰਘ ਨੇ ਵਾਰਤਕ ਦੇ ਖੇਤਰ ਵਿੱਚ ਹੱਥ ਅਜਮਾਈ ਕੀਤੀ, ਜਿਵੇਂ ਗੁਰੂ ਸਾਹਿਬਾਨ ਬਾਰੇ ਉਹਨੇ ਲਿਖੇ, ਗੁਰੂ ਨਾਨਕ ਚਮਤਕਾਰ, ਦਸਮ ਗੁਰੂ ਚਮਤਕਾਰ। ਅਤੇ ਇਸ ਤੋਂ ਇਲਾਵਾ ਪੱਤਰਕਾਰੀ ਅਤੇ ਟੀਕਾਕਾਰੀ ਅਤੇ ਇਤਿਹਾਸਕਾਰੀ ਵਿੱਚ ਵੀ ਉਹਨਾਂ ਨੇ ਰਚਨਾ ਕੀਤੀ। ਦੇਖੋ, ਬਹੁਤ ਵੱਡਾ ਲਿਟਰੇਚਰ ਜੋ ਹੈ ਭਾਈ ਵੀਰ ਸਿੰਘ ਰਾਹੀਂ ਹੋਣ ਦੀ ਚਾਹੁੰਦਾ ਹੈ ਪੰਜਾਬੀ ਸਾਹਿਤ ਵਿੱਚ, ਅਤੇ ਸਾਡਾ ਮਾਣ ਹੈ ਪੰਜਾਬੀ ਸਾਹਿਤ ਦਾ ਭਾਈ ਵੀਰ ਸਿੰਘ। ਪੰਜਾਬੀ ਕਵਿਤਾ ਵਿੱਚ ਭਾਈ ਵੀਰ ਸਿੰਘ ਦਾ ਸਥਾਨ, ਕਿਉਂਕਿ ਅਸੀਂ ਇਹ ਜੋ ਸ਼ੁਰੂਆਤ ਵਿੱਚ ਵੀ ਇਹ ਟੋਪਿਕ ਦਿੱਤਾ ਹੋਇਆ ਆਪਾਂ, ਪੰਜਾਬੀ ਸਾਹਿਤ ਦਾ ਆਧੁਨਿਕ ਕਾਲ ਹੀ ਭਾਈ ਵੀਰ ਸਿੰਘ ਤੋਂ ਆਰੰਭ ਹੁੰਦਾ। ਮਤਲਬ ਕਿ ਜੇਕਰ ਪੰਜਾਬੀ ਸਾਹਿਤ ਦੇ ਆਧੁਨਿਕ ਕਾਲ ਦੀ ਗੱਲ ਕਰੀਏ ਨਾ, ਉਹ ਹੁੰਦਾ ਹੀ ਭਾਈ ਵੀਰ ਸਿੰਘ ਤੋਂ ਸ਼ੁਰੂ ਹੈ। ਆਧੁਨਿਕ ਪੰਜਾਬੀ ਸਾਹਿਤ ਦੀ ਦੇਣ ਵਿੱਚ ਉਹਨਾਂ ਦਾ ਵੱਡਮੁੱਲਾ ਹੱਥ ਹੈ। ਆਧੁਨਿਕ ਜਿਹੜਾ ਪੰਜਾਬੀ ਲਿਟਰੇਚਰ ਹੈ ਨਾ, ਉਹਦੇ 'ਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਜਿਵੇਂ ਕਿ ਅਸੀਂ ਉੱਪਰ ਗੱਲ ਕਰ ਵੀ ਲਈ, ਭਾਈ ਵੀਰ ਸਿੰਘ ਇੱਕ ਉੱਚ ਕੋਟੀ ਦੇ ਰਹੱਸਵਾਦੀ ਕਵੀ ਸਨ। ਠੀਕ ਹੈ ਨਾ, ਕਿਹੋ ਜਿਹੇ ਕਵੀ ਸਨ? ਰਹੱਸਵਾਦੀ, ਅਧਿਆਤਮਵਾਦੀ, ਗੁਰਮਤਿ ਸਿਧਾਂਤਾਂ ਨੂੰ ਮੰਨਣ ਵਾਲੇ, ਸਿੱਖੀ ਦਾ ਪ੍ਰਚਾਰ ਕਰਨ ਵਾਲੇ ਇੱਕ ਮਹਾਨ ਕਵੀ ਸਨ। ਉਹਨਾਂ ਦੀਆਂ ਰਚਨਾਵਾਂ ਵਿੱਚੋਂ ਕਾਦਰ ਦੀ ਕੁਦਰਤ, ਮਤਲਬ ਕਿ ਉਹ ਕੁਦਰਤ ਵਿੱਚੋਂ ਰੱਬ ਨੂੰ ਲੱਭਦੇ ਨੇ, ਦਾ ਨਜ਼ਾਰਾ ਵੇਖਣ ਨੂੰ ਮਿਲਦਾ ਹੈ। ਭਾਈ ਵੀਰ ਸਿੰਘ ਕਾਦਰ ਦੀ ਕੁਦਰਤ
ਵਿੱਚੋਂ ਹੀ ਕਾਦਰ ਦੇ ਦੀਦਾਰ ਕਰਦੇ ਨੇ। ਠੀਕ ਹੈ ਨਾ, ਕੁਦਰਤ ਜਿਵੇਂ ਗੁਰਬਾਣੀ 'ਚ ਨਾ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਕਿ ਕੁਦਰਤ ਵਿੱਚ ਹੀ ਪ੍ਰਮਾਤਮਾ ਵਸਦਾ ਹੈ। ਇਸ ਗੱਲ ਨੂੰ ਜੇਕਰ ਆਪਣੀ ਪੋਇਟਰੀ 'ਚ ਕਿਸੇ ਨੇ ਸਭ ਤੋਂ ਵੱਧ ਮਹਿਸੂਸ ਕੀਤਾ, ਉਹ ਭਾਈ ਵੀਰ ਸਿੰਘ ਸਨ। ਉਹਨਾਂ ਨੇ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦਾ ਆਕਾਰ ਛੋਟਾ ਅਤੇ ਸੁਖਾਲਾ, ਬੜੇ ਹੀ ਸੌਖੇ ਸ਼ਬਦਾਂ 'ਚ ਭਾਈ ਵੀਰ ਸਿੰਘ ਨੇ ਕਵਿਤਾਵਾਂ ਲਿਖੀਆਂ। ਕਿਤੇ ਵੀ ਇੰਜ ਨਹੀਂ ਲੱਗਦਾ ਕਿ ਉਹਨਾਂ ਨੇ ਵਿਦਵਾਨੀ ਭਰਨ ਦੀ ਉਹਦੇ 'ਚ ਕੋਈ ਗੱਲ ਕੀਤੀ, ਬਿਲਕੁਲ ਹੀ ਸਿੰਪਲ ਉਹਨਾਂ ਦੀਆਂ ਕਵਿਤਾਵਾਂ ਨੇ। ਜਿਵੇਂ ਮਟਕ ਖੁਲਾਰੇ, ਜਿਹੜੀ ਬੇਟਾ ਤੁਹਾਡੇ ਕੋਲ ਕਿਤਾਬ ਲੱਗੀ ਹੋਈ ਹੈ, ਉਹਦੇ 'ਚ ਤੁਸੀਂ ਵੇਖ ਵੀ ਸਕਦੇ ਹੋ। ਆਕਾਰ ਬਹੁਤ ਛੋਟਾ ਹੈ ਕਵਿਤਾਵਾਂ ਦਾ ਅਤੇ ਬਹੁਤ ਹੀ ਸੌਖੀਆਂ ਨੇ। ਉਹਨਾਂ ਨੇ ਇੱਕ ਨਵੀਂ ਤਰ੍ਹਾਂ ਦੀਆਂ ਕਵਿਤਾਵਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ। ਕੁਦਰਤ ਦੀ ਸੁੰਦਰਤਾ ਨਾਲ ਸੰਬੰਧਿਤ ਕਵਿਤਾਵਾਂ ਦੇ ਆਧਾਰ 'ਤੇ ਭਾਈ ਵੀਰ ਸਿੰਘ ਨੂੰ ਪੰਜਾਬੀ ਸਾਹਿਤ ਦਾ ਵਰਡਸਵਰਥ ਕਿਹਾ ਜਾਂਦਾ ਹੈ। ਠੀਕ ਹੈ ਨਾ, ਸ਼ੋਰਟ ਕੁਐਸਚਨ 'ਚ ਆ ਜਾਂਦਾ ਹੈ। ਫਿਰ ਭਾਈ ਵੀਰ ਸਿੰਘ ਤੋਂ ਬਾਅਦ ਦੇ ਕਵੀ ਅਤੇ ਨਾਵਲਕਾਰ ਉਹਨਾਂ ਦੇ ਚਲਾਏ ਪੂਰਨਿਆਂ ਉੱਤੇ ਤੁਰਦੇ ਰਹੇ। ਠੀਕ ਹੈ, ਇਹ ਉਹਨਾਂ ਦੀ ਵੈਲਿਊ ਨੂੰ ਦਰਸਾਉਂਦੀ ਹੈ ਇਹ ਗੱਲ, ਕਿ ਭਾਈ ਵੀਰ ਸਿੰਘ ਤੋਂ ਬਾਅਦ ਜਿਹੜੇ ਵੀ ਸਾਹਿਤਕਾਰ ਹੋਏ ਨਾ, ਉਹ ਉਹਨਾਂ ਦੇ ਚਲਾਏ ਬਣਾਏ ਪੂਰਨਿਆਂ ਉੱਤੇ ਤੁਰਦੇ ਰਹੇ। ਭਾਈ ਵੀਰ ਸਿੰਘ ਨੂੰ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਵੇ ਤਾਂ ਕੋਈ ਗਲਤ ਨਹੀਂ ਹੋਵੇਗਾ। ਆਪ ਨੇ ਪੰਜਾਬੀ ਵਿੱਚ ਗੀਤ ਰਚਨਾ ਨੂੰ ਸਿਖਰ 'ਤੇ ਪਹੁੰਚਾਇਆ। ਠੀਕ ਹੈ ਨਾ, ਗੀਤ ਲਿਖੇ ਛੋਟੇ ਛੋਟੇ ਅਤੇ ਉਹਨਾਂ ਨੂੰ ਪੰਜਾਬੀ 'ਚ ਲਿਖੇ ਸਿਖਰ 'ਤੇ ਪਹੁੰਚਾਇਆ। ਭਾਈ ਵੀਰ ਸਿੰਘ ਦੀਆਂ ਪੁਸਤਕਾਂ ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਮਟਕ ਖੁਲਾਰੇ ਆਦਿ ਪ੍ਰਕਿਰਤੀ ਚਿੱਤਰਨ ਨਾਲ ਭਰਪੂਰ ਅਤੇ ਖੂਬਸੂਰਤ ਰਹੱਸਮਈ ਗੀਤ ਹਨ। ਕਿਹਦੇ ਨਾਲ ਭਰਪੂਰ ਨੇ? ਪ੍ਰਕਿਰਤੀ ਚਿੱਤਰਨ ਨਾਲ ਭਰਪੂਰ ਨੇ। ਭਾਈ ਵੀਰ ਸਿੰਘ ਦੀ ਕਵਿਤਾ ਕਲਾ ਦੇ ਪੱਖ ਤੋਂ ਵੀ ਸ੍ਰੇਸ਼ਟ ਰਚਨਾਵਾਂ ਹਨ। ਉਹਨਾਂ ਦੀਆਂ ਕਵਿਤਾਵਾਂ ਵਿੱਚ ਛੰਦ ਵਿਧਾਨ ਵੀ ਕਮਾਲ ਦਾ ਹੈ। ਭਾਈ ਵੀਰ ਸਿੰਘ ਨੇ ਹਿੰਦੀ, ਸੰਸਕ੍ਰਿਤ ਅਤੇ ਉਰਦੂ, ਫਾਰਸੀ ਦੇ ਛੰਦ ਆਪਣੀ ਕਵਿਤਾਵਾਂ ਵਿੱਚ ਵਰਤੇ ਅਤੇ ਉਹਨਾਂ ਨੇ ਲੋਕ ਗੀਤਾਂ ਦੇ ਛੰਦਾਂ ਨੂੰ ਵੀ ਬੜੀ ਸੁਚੱਜਤਾ ਨਾਲ ਜੋ ਹੈ ਆਪਣੀ ਪੋਇਟਰੀ 'ਚ ਵਰਤਿਆ। ਸਿੱਟੇ ਵਜੋਂ ਅਸੀਂ ਆਖ ਸਕਦੇ ਹਾਂ ਕਿ ਭਾਈ ਵੀਰ ਸਿੰਘ ਦਾ ਪੰਜਾਬੀ ਸਾਹਿਤ ਵਿੱਚ ਨਿਵੇਕਲਾ ਸਥਾਨ ਹੈ, ਇੱਕ ਵੱਖਰਾ ਸਥਾਨ ਹੈ ਉਹਨਾਂ ਦਾ। ਅਤੇ ਆਧੁਨਿਕ ਸਾਹਿਤ ਦੇ ਰਚਨਹਾਰਿਆਂ ਵਿੱਚ ਭਾਈ ਵੀਰ ਸਿੰਘ ਦਾ ਸਥਾਨ ਜੋ ਹੈ ਧਰੂ ਤਾਰੇ ਦੀ ਤਰ੍ਹਾਂ ਹੈ। ਠੀਕ ਹੈ ਨਾ, ਜਿਹੜਾ ਹਮੇਸ਼ਾ ਬਣਿਆ ਰਹੇਗਾ ਉਹਨਾਂ ਦਾ ਸਥਾਨ। ਕੋਈ ਕਿੰਨੇ ਮਰਜ਼ੀ ਵਿਦਵਾਨ ਆਣ, ਕਿੰਨੇ ਜਾਣ, ਪਰ ਭਾਈ ਵੀਰ ਸਿੰਘ ਦੀ ਜਿਹੜਾ ਸਥਾਨ ਹੈ ਨਾ, ਉਹ ਕੋਈ ਹਿਲਾ ਨਹੀਂ ਸਕਦਾ। ਉਹ ਉਹਨਾਂ ਦੀ ਦੇਣ ਨੂੰ ਕੋਈ ਮੁਨਕਰ ਨਹੀਂ ਹੋ ਸਕਦਾ। ਭਾਈ ਵੀਰ ਸਿੰਘ ਨੇ ਆਪਣੀਆਂ ਕਵਿਤਾਵਾਂ ਰਾਹੀਂ ਆਤਮਿਕ ਆਨੰਦ ਦੀ ਪ੍ਰਾਪਤੀ ਦੀ ਚਰਚਾ ਕੀਤੀ। ਠੀਕ ਹੈ ਨਾ, ਜਦੋਂ ਉਹ ਕੁਦਰਤ ਵਿੱਚੋਂ ਪਰਮਾਤਮਾ ਨੂੰ ਵੇਖਦੇ ਨੇ ਨਾ, ਤਾਂ ਉਹ ਆਤਮਿਕ ਆਨੰਦ ਦੀ ਪ੍ਰਾਪਤੀ ਦੀ ਗੱਲ ਕਰਦੇ ਨੇ ਅਤੇ ਜੀਵਨ ਵਿੱਚ ਉੱਚੇ ਆਦਰਸ਼ ਧਾਰਨ ਕਰਨ ਉੱਤੇ ਵੀ ਉਹਨਾਂ ਨੇ ਜ਼ੋਰ ਦਿੱਤਾ। ਉਹਨਾਂ ਦੀ ਸਾਰੀ ਰਚਨਾ ਦਾ ਮੁੱਖ ਥੀਮ ਸਮਾਜਿਕ ਤੋਂ ਅਤੇ ਧਾਰਮਿਕ, ਪਦਾਰਥਕ ਤੋਂ ਨੈਤਿਕ, ਸਮਾਜਿਕ ਤੋਂ ਧਾਰਮਿਕ, ਪਦਾਰਥਕ ਤੋਂ ਨੈਤਿਕ ਅਤੇ ਸਰੀਰਕ ਤੋਂ ਆਤਮਿਕ ਗੁਣਾਂ ਦਾ ਮਹੱਤਵ ਸਥਾਪਿਤ ਕਰਨ ਵਿੱਚ ਦਾ ਵਿਚਾਰ ਪੇਸ਼ ਕਰਦਾ ਹੈ। ਬੇਟਾ ਇਹ ਵਾਲੀ ਜਿਹੜੀ ਲਾਈਨ ਹੈ ਨਾ, ਇਹਨੂੰ ਤੁਸੀਂ ਸ਼ੁਰੂਆਤ ਵਿੱਚ ਭਾਵੇਂ ਐਡ ਕਰ ਲਓ ਕਿ ਭਾਈ ਵੀਰ ਸਿੰਘ ਦੀ ਰਚਨਾਵਾਂ ਦਾ ਜਿਹੜਾ ਮੁੱਖ ਥੀਮ ਹੈ ਨਾ, ਉਹ ਸਮਾਜਿਕਤਾ ਤੋਂ ਧਾਰਮਿਕਤਾ ਵੱਲ, ਪਦਾਰਥਕ ਤੋਂ ਨੈਤਿਕਤਾ ਵੱਲ, ਠੀਕ ਹੈ ਨਾ, ਸਰੀਰਕ ਤੋਂ ਆਤਮਿਕ ਗੁਣਾਂ ਦਾ ਮਹੱਤਵ ਜਿਹੜਾ ਹੈ ਉਹ ਸਥਾਪਿਤ ਕਰਨ ਵਿੱਚ ਵਿਚਾਰ ਪੇਸ਼ ਕਰਦਾ ਹੈ। ਓਕੇ ਬੇਟਾ, ਕੋਈ ਹੋਰ ਕੁਐਸਚਨ ਜੇਕਰ ਮੈਨੂੰ ਲੱਗੇਗਾ ਕਿ ਤੁਹਾਡੇ ਲਾਇਕ ਹੈ ਬਣਾਉਣ ਵਾਲਾ, ਫਿਰ ਮੈਂ ਉਹ ਬਣਾਵਾਂਗੀ। ਓਕੇ ਬੇਟਾ, ਧੰਨਵਾਦ।